ਮੇਰਾ ਨਾਮ ਸੀਮਾ ਹੈ। ਇਹ ਕਹਾਣੀ ਇੱਕ ਅਜਿਹੀ ਕਹਾਣੀ ਹੈ ਜਿਸ ਵਿੱਚ ਇੱਕ ਰਾਜ ਛੁਪਿਆ ਹੋਇਆ ਹੈ। ਮੈਂ ਇਸ ਰਾਜ ਨੂੰ ਜਾਣਨ ਲਈ ਕੀ ਨਹੀਂ ਕੀਤਾ। ਕਿਰਪਾ ਕਰਕੇ ਇਸ ਕਹਾਣੀ ਨੂੰ ਅੰਤ ਤੱਕ ਸੁਣਿਓ। ਮੇਰੇ ਵਿਆਹ ਨੂੰ 2 ਸਾਲ ਹੋ ਗਏ ਹਨ। ਵਿਆਹ ਦੇ ਪਹਿਲੇ ਦਿਨ ਤੋਂ ਹੀ ਮੇਰੀ ਸੱਸ ਦਾ ਵਿਵਹਾਰ ਬਹੁਤ ਵਧੀਆ ਸੀ, ਪਰ ਉਹਨਾਂ ਦੀ ਇੱਕ ਆਦਤ ਸੀ ਜੋ ਮੈਨੂੰ ਬਹੁਤ ਬੁਰੀ ਲੱਗਦੀ ਸੀ। ਮੇਰੀ ਸੱਸ ਦਾ ਨਾਮ ਬਨੀਤਾ ਸੀ। ਉਹ ਬਹੁਤ ਚੰਗੇ ਅਤੇ ਖੁਸ਼ਹਾਲ ਪਰਿਵਾਰ ਨਾਲ ਸੰਬੰਧਿਤ ਸੀ। ਮੇਰੇ ਸਹੁਰੇ ਦਾ ਕਾਰੋਬਾਰ ਵੀ ਬਹੁਤ ਚੰਗਾ ਸੀ, ਪਰ ਉਹ ਬਹੁਤ ਗਰਮ ਸੁਭਾਅ ਵਾਲਾ ਸੀ। ਉਹਨਾਂ ਦੇ ਘਰ ਪਹੁੰਚਦੇ ਹੀ ਪਰਿਵਾਰ ਦੇ ਸਾਰੇ ਮੈਂਬਰ ਡਰ ਜਾਂਦੇ ਸਨ। ਮੇਰੀ ਸੱਸ ਵੀ ਉਹਨਾਂ ਤੋਂ ਬਹੁਤ ਡਰਦੀ ਸੀ। ਉਹਨਾਂ ਦੇ ਸਾਹਮਣੇ ਕੋਈ ਨਹੀਂ ਬੋਲਦਾ ਸੀ ਅਤੇ ਮੇਰੀ ਸੱਸ ਉੱਪਰ ਵੀ ਉਹਨਾਂ ਦਾ ਬਹੁਤ ਰੋਹਬ ਸੀ। ਮੇਰਾ ਪਤੀ ਆਪਣੇ ਪਿਤਾ ਨਾਲ ਕੰਮ ਕਰਦਾ ਸੀ। ਮੇਰਾ ਪਤੀ ਆਪਣੇ ਮਾਪਿਆਂ ਦਾ ਸਭ ਤੋਂ ਪਿਆਰਾ ਅਤੇ ਇਕਲੌਤਾ ਪੁੱਤਰ ਸੀ ਤੇ ਇਸ ਘਰ ਦਾ ਵਾਰਸ ਵੀ। ਮੈਂ ਆਪਣੀ ਸੱਸ ਅੰਦਰ ਕੁਝ ਅਜੀਬ ਗੱਲਾਂ ਦੇਖ ਸਕਦੀ ਸੀ। ਉਹ ਬਹੁਤ ਅਜੀਬ ਗੱਲਾਂ ਕਰਦੀ ਸੀ। ਭਾਵੇਂ ਉਹ ਬਹੁਤ ਚੰਗੀ ਸੀ, ਪਰ ਉਸ ਦੀਆਂ ਹਰਕਤਾਂ ਕਰਕੇ ਮੈਂ ਉਸ ਤੋਂ ਥੋੜਾ ਡਰਦੀ ਸੀ। ਉਸ ਕੋਲ ਇੱਕ ਪੁਰਾਣੇ ਜ਼ਮਾਨੇ ਦੀ ਸੰਦੂਕ ਸੀ ਜਿਸ ਦੀ ਚਾਬੀ ਉਹ ਹਮੇਸ਼ਾ ਆਪਣੇ ਗਲੇ ਵਿੱਚ ਰੱਖਦੀ ਸੀ। ਮੈਂ ਵਿਆਹ ਦੇ ਅਗਲੇ ਦਿਨ ਤੋਂ ਇਹ ਸਭ ਦੇਖ ਰਹੀ ਸੀ। ਮੇਰੀ ਸੱਸ ਮੈਨੂੰ ਹਰ ਰੋਜ਼ ਆਪਣੇ ਕੱਪੜੇ ਧੋਣ ਲਈ ਕਹਿੰਦੀ ਸੀ ਅਤੇ ਫਿਰ ਉਹਨਾਂ ਨੂੰ ਸੁਕਾਏ ਬਿਨਾਂ ਆਪਣੀ ਅਲਮਾਰੀ ਵਿੱਚ ਰੱਖ ਦਿੰਦੀ ਸੀ। ਮੈਂ ਉਸਦੀ ਇਸ ਹਰਕਤ ਤੋਂ ਬਹੁਤ ਹੈਰਾਨ ਹੁੰਦੀ ਕਿ ਉਹ ਅਜਿਹਾ ਕਿਉਂ ਕਰਦੀ ਸੀ। ਇੱਕ ਦਿਨ ਮੈਂ ਤੰਗ ਆ ਕੇ ਆਪਣੇ ਪਤੀ ਨੂੰ ਸ਼ਿਕਾਇਤ ਕੀਤੀ। ਜਦੋਂ ਮੈਂ ਉਸਨੂੰ ਆਪਣੀ ਸੱਸ ਦੀਆਂ ਹਰਕਤਾਂ ਬਾਰੇ ਦੱਸਿਆ ਤਾਂ ਉਹ ਮੇਰੇ ਨਾਲ ਲੜਨ ਲੱਗ ਪਿਆ। ਉਸਨੇ ਕਿਹਾ, ਬਦਤਮੀਜ਼ ਔਰਤ, ਮੇਰੀ ਮਾਂ ਤੇ ਦੋਸ਼ ਲਗਾਉਂਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਹਾਨੂੰ ਬਜ਼ੁਰਗ ਔਰਤ ਤੇ ਦੋਸ਼ ਲਗਾਉਂਦੇ ਹੋਏ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਉਸਨੇ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਅਤੇ ਮੈਨੂੰ ਬਹੁਤ ਗਲਤ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਆਪਣੀ ਸੱਸ ਦੀ ਹਰ ਰੋਜ਼ ਕੱਪੜੇ ਧਵਾਉਣ ਦੀ ਆਦਤ ਤੋਂ ਬਹੁਤ ਤੰਗ ਆ ਗਈ ਸੀ। ਇੱਕ ਦਿਨ ਮੈਂ ਆਪਣੀ ਸੱਸ ਨਾਲ ਗੱਲ ਕਰਦਿਆਂ ਪੁੱਛਿਆ, ਮਾਂ, ਮੈਂ ਕੱਪੜੇ ਧੋਣ ਤੋਂ ਬਾਅਦ ਬਹੁਤ ਥੱਕ ਜਾਂਦੀ ਹਾਂ। ਕੀ ਮੈਂ ਰਸੋਈ ਦੀ ਦੇਖਭਾਲ ਕਰ ਲਿਆ ਕਰਾਂ ਅਤੇ ਤੁਸੀਂ ਆਪਣੇ ਕੱਪੜੇ ਆਪ ਧੋ ਲਿਆ ਕਰੋਗੇ? ਪਰ ਉਸਨੇ ਮੈਨੂੰ ਸਖਤੀ ਨਾਲ ਨਾ ਕਰ ਦਿੱਤੀ। ਪਤਾ ਨਹੀਂ ਮੇਰੀ ਸੱਸ ਅਜਿਹਾ ਕਿਉਂ ਕਰਦੀ ਸੀ। ਇੱਕ ਦਿਨ ਮੈਂ ਆਪਣੀ ਸੱਸ ਦੇ ਕਮਰੇ 'ਚ ਖਾਣਾ ਦੇਣ ਜਾ ਰਹੀ ਸੀ। ਮੈਂ ਅਜੇ ਉਸਦੇ ਕਮਰੇ ਦੇ ਦਰਵਾਜ਼ੇ ਤੱਕ ਪਹੁੰਚੀ ਹੀ ਸੀ ਕਿ ਮੈਨੂੰ ਕੁਝ ਘੜੀਸਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਮੈਂ ਖਿੜਕੀ ਵਿੱਚੋਂ ਝਾਕਣ ਦੀ ਕੋਸ਼ਿਸ਼ ਕੀਤੀ ਤਾਂ ਮੇਰੀ ਸੱਸ ਨੂੰ ਸੰਦੂਕ ਬੰਦ ਕਰਦੇ ਦੇਖਿਆ। ਮੈਂ ਸੋਚਣ ਲੱਗੀ ਕਿ ਇਸ ਡੱਬੇ ਵਿੱਚ ਅਜਿਹਾ ਕੀ ਹੈ ਜਿਸ ਨੂੰ ਮਾਂ ਜੀ ਹਮੇਸ਼ਾ ਛੁਪਾ ਕੇ ਰੱਖਦੀ ਹੈ ਅਤੇ ਚਾਬੀ ਵੀ ਇੰਨੀ ਸੁਰੱਖਿਅਤ ਰੱਖਦੀ ਹੈ। ਅੱਜ ਤੋਂ 3 ਦਿਨ ਪਹਿਲਾਂ ਦੀ ਘਟਨਾ ਹੈ। ਪਿਆਸ ਕਾਰਨ ਮੇਰੀ ਅੱਖ ਖੁੱਲੀ ਅਤੇ ਮੈਂ ਪਾਣੀ ਪੀਣ ਲਈ ਰਸੋਈ ਵਿੱਚ ਗਈ ਤਾਂ ਦੇਖਿਆ ਕਿ ਮਾਂ ਪਹਿਲਾਂ ਹੀ ਰਸੋਈ ਵਿੱਚ ਮੌਜੂਦ ਸੀ। ਮੈਂ ਸੋਚ ਰਹੀ ਸੀ ਕਿ ਉਹ ਰਾਤ ਦੇ ਇਸ ਸਮੇਂ ਰਸੋਈ ਵਿੱਚ ਕੀ ਕਰ ਰਹੀ ਹੈ। ਮੈਂ ਉਹਨਾਂ ਨੂੰ ਲੁਕ ਛਿਪ ਕੇ ਦੇਖਣ ਲੱਗੀ। ਮਾਂ ਦੇ ਹੱਥ ਵਿੱਚ ਖਾਣੇ ਦੀ ਟਰੇ ਵੀ ਸੀ। ਮੈਂ ਹੈਰਾਨੀ ਨਾਲ ਉਸ ਵੱਲ ਦੇਖ ਰਹੀ ਸੀ ਕਿ ਉਹ ਇੰਨੀ ਦੇਰ ਰਾਤ ਇਹ ਖਾਣਾ ਕਿਸ ਲਈ ਲਿਜਾ ਰਹੀ ਸੀ। ਮੈਂ ਰਸੋਈ ਵਿੱਚ ਜਾ ਕੇ ਮਾਂ ਨੂੰ ਪੁੱਛਿਆ, ਮਾਤਾ ਜੀ, ਤੁਸੀਂ ਇਹ ਖਾਣਾ ਕਿਸ ਲਈ ਲੈ ਜਾ ਰਹੇ ਹੋ? ਉਹ ਮੈਨੂੰ ਦੇਖ ਕੇ ਘਬਰਾ ਗਈ ਤੇ ਬੋਲੀ, ਮੈਨੂੰ ਬਹੁਤ ਭੁੱਖ ਲੱਗ ਰਹੀ ਸੀ। ਇਹ ਕਹਿ ਕੇ ਉਹ ਰਸੋਈ ਤੋਂ ਬਾਹਰ ਚਲੀ ਗਈ। ਪਰ ਉਹ ਮੈਨੂੰ ਬਹੁਤ ਪਰੇਸ਼ਾਨ ਲੱਗ ਰਹੀ ਸੀ ਕਿਉਂਕਿ ਮਾਂ ਜੀ ਸਾਡੇ ਸਾਰਿਆਂ ਨਾਲ ਰਾਤ ਦਾ ਖਾਣਾ ਖਾ ਚੁੱਕੀ ਸੀ। ਉਹ ਖਾਣਾ ਲੈ ਕੇ ਸਿੱਧੀ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਆਪਣੇ ਕਮਰੇ ਵਿੱਚ ਆ ਕੇ ਸੋਚਣ ਲੱਗੀ ਕਿ ਇਹ ਕੀ ਮਾਮਲਾ ਹੈ। ਪਤਾ ਨਹੀਂ ਮਾਂ ਇਹ ਸਭ ਕੁਝ ਕਿਉਂ ਕਰਦੀ ਹੈ। ਮੇਰੇ ਦਿਮਾਗ ਵਿੱਚ ਕੁਝ ਨਹੀਂ ਆ ਰਿਹਾ ਕਿ ਕੀ ਕਰਾਂ। ਸਵੇਰੇ ਮੈਂ ਆਪਣਾ ਸਾਰਾ ਕੰਮ ਸਮੇਂ ਤੇ ਪੂਰਾ ਕਰ ਲਿਆ ਅਤੇ ਮਾਂ ਦੇ ਕੱਪੜੇ ਵੀ ਧੋ ਦਿੱਤੇ। ਅੱਜ ਮੈਂ ਬਹੁਤ ਹਿੰਮਤ ਕੀਤੀ ਤੇ ਮੈਂ ਆਪਣੀ ਸੱਸ ਨੂੰ ਕਿਹਾ, ਤੁਸੀਂ ਆਪਣੇ ਸਾਰੇ ਗਿੱਲੇ ਕੱਪੜੇ ਅਲਮਾਰੀ ਵਿੱਚ ਕਿਉਂ ਰੱਖਦੇ ਹੋ? ਤੁਹਾਡੇ ਕੱਪੜਿਆਂ ਤੋਂ ਬਦਬੂ ਨਹੀਂ ਆਉਂਦੀ? ਤਾਂ ਮਾਂ ਮੈਨੂੰ ਦੇਖ ਕੇ ਮੁਸਕਰਾਈ ਅਤੇ ਕਿਹਾ, ਬੇਟੀ, ਮੈਨੂੰ ਖੁਜਲੀ ਹੁੰਦੀ ਹੈ ਜਿਸ ਕਾਰਨ ਸੁੱਕੇ ਕੱਪੜੇ ਮੈਨੂੰ ਖਾਂਦੇ ਹਨ। ਇਸ ਕਾਰਨ ਮੈਂ ਗਿੱਲੇ ਕੱਪੜੇ ਪਾ ਕੇ ਸੌਂਦੀ ਹਾਂ। ਤਦ ਹੀ ਮੈਂ ਆਰਾਮ ਮਹਿਸੂਸ ਕਰਦੀ ਹਾਂ। ਮੈਨੂੰ ਇਹ ਬਿਮਾਰੀ ਵਿਆਹ ਤੋਂ ਪਹਿਲਾਂ ਤੋਂ ਹੈ। ਮੈਂ ਅਜੇ ਵੀ ਉਸ ਦੀ ਗੱਲ ਤੇ ਵਿਸ਼ਵਾਸ ਨਹੀਂ ਕਰ ਸਕਦੀ ਸੀ ਕਿਉਂਕਿ ਜੋ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਉਹ ਕੋਈ ਆਮ ਗੱਲ ਨਹੀਂ ਸੀ। ਇਹਨਾਂ ਗੱਲਾਂ ਨੂੰ ਨਜ਼ਰ ਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ ਸੀ। ਮੈਂ ਬਸ ਆਪਣਾ ਸਿਰ ਹਿਲਾ ਕੇ ਫਿਰ ਆਪਣਾ ਕੰਮ ਸ਼ੁਰੂ ਕਰ ਦਿੱਤਾ। ਹਰ ਰੋਜ਼ ਦੀ ਤਰ੍ਹਾਂ ਮਾਂ ਨੇ ਆਪਣੇ ਧੋਤੇ ਹੋਏ ਗਿੱਲੇ ਕੱਪੜੇ ਚੁੱਕ ਲਏ ਅਤੇ ਆਪਣੇ ਕਮਰੇ ਵੱਲ ਜਾਣ ਲੱਗੀ। ਮੈਨੂੰ ਉਹਨਾਂ ਨੂੰ ਦੇਖ ਕੇ ਬਹੁਤ ਬੇਚੈਨੀ ਮਹਿਸੂਸ ਹੋ ਰਹੀ ਸੀ ਅਤੇ ਮੈਂ ਵੀ ਉਹਨਾਂ ਦਾ ਪਿੱਛਾ ਕਰਨ ਲੱਗੀ। ਉਦੋਂ ਹੀ ਮੇਰੇ ਪਤੀ ਨੇ ਮੈਨੂੰ ਬੁਲਾਇਆ। ਮੇਰਾ ਪਤੀ ਮੇਰੇ ਪਿੱਛੇ ਖੜਾ ਸੀ। ਉਸਨੇ ਮੈਨੂੰ ਕਿਹਾ ਕਿ ਮੇਰੀ ਇੱਕ ਫਾਈਲ ਕਮਰੇ ਵਿੱਚ ਰਹਿ ਗਈ ਹੈ, ਕਿਰਪਾ ਕਰਕੇ ਮੇਰੇ ਕੋਲ ਲਿਆਓ। ਮੇਰੇ ਪਤੀ ਦਾ ਨਾਮ ਮਨੀਸ਼ ਹੈ। ਉਹ ਇਸ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਉਸ ਦਾ ਵਿਹਾਰ ਵੀ
ਆਪਣੇ ਪਿਤਾ ਵਰਗਾ ਹੀ ਗਰਮ ਸੀ। ਮੈਨੂੰ ਇਸ ਘਰ ਵਿੱਚ ਪਿਆਰ, ਦੌਲਤ ਅਤੇ ਇੱਜ਼ਤ ਮਿਲੀ, ਪਰ ਮੈਂ ਅੱਜ ਤੱਕ ਇੱਥੇ ਆ ਕੇ ਬੱਚਾ ਹੋਣ ਦੀ ਖੁਸ਼ੀ ਨਹੀਂ ਦੇਖੀ ਸੀ। ਮਨੀਸ਼ ਮੈਨੂੰ ਆਪਣੀ ਫਾਈਲ ਬਾਰੇ ਪੁੱਛਣ ਲੱਗਾ। ਮੈਂ ਉਸ ਨੂੰ ਕਿਹਾ, ਠੀਕ ਹੈ, ਮੈਂ ਹੁਣੇ ਲੈ ਕੇ ਆਉਂਦੀ ਹਾਂ। ਅੱਜ ਮੈਂ ਮਾਂ ਜੀ ਦੇ ਪਿੱਛੇ ਜਾਣ ਦੀ ਪੂਰੀ ਯੋਜਨਾ ਬਣਾ ਲਈ ਤੇ ਮੇਰਾ ਪਲਾਨ ਫੇਲ ਹੋ ਗਿਆ ਅਤੇ ਮੈਂ ਮਨੀਸ਼ ਦੀ ਫਾਈਲ ਲੈਣ ਲਈ ਕਮਰੇ ਵਿੱਚ ਚਲੀ ਗਈ। ਮੈਨੂੰ ਮਨੀਸ਼ ਦੀ ਫਾਈਲ ਨਹੀਂ ਮਿਲ ਰਹੀ ਸੀ। ਇਸ ਨੂੰ ਲੱਭਣ ਵਿੱਚ ਮੈਨੂੰ ਕੁਝ ਸਮਾਂ ਲੱਗ ਗਿਆ। ਕੁਝ ਦੇਰ ਬਾਅਦ ਜਦੋਂ ਮੈਂ ਕਮਰੇ ਤੋਂ ਬਾਹਰ ਆਈ ਤਾਂ ਮਾਤਾ ਜੀ ਬਾਹਰ ਵਿਹੜੇ ਵਿੱਚ ਬੈਠੇ ਸਨ। ਉਸ ਕੋਲ ਇੱਕ ਗੁਆਂਢੀ ਔਰਤ ਆਈ ਸੀ ਜਿਸ ਦੀ ਨੂੰਹ ਗਰਭਵਤੀ ਸੀ। ਜਦੋਂ ਮਾਂ ਨੇ ਮੈਨੂੰ ਆਉਂਦੇ ਦੇਖਿਆ ਤਾਂ ਮੈਨੂੰ ਆਪਣੇ ਕੋਲ ਬੁਲਾ ਲਿਆ। ਮੈਂ ਉਸ ਕੋਲ ਜਾ ਕੇ ਨਮਸਕਾਰ ਕੀਤਾ ਅਤੇ ਅਸ਼ੀਰਵਾਦ ਲੈ ਕੇ ਚਾਹ ਬਣਾਉਣ ਦੇ ਬਹਾਨੇ ਉੱਥੋਂ ਉੱਠ ਕੇ ਆ ਗਈ। ਮੈਨੂੰ ਲੱਗਾ ਜਿਵੇਂ ਮੇਰੀ ਸੱਸ ਦੀਆਂ ਅੱਖਾਂ ਮੇਰਾ ਪਿੱਛਾ ਕਰ ਰਹੀਆਂ ਹੋਣ। ਮੈਂ ਰਸੋਈ ਵਿੱਚ ਖੜ ਕੇ ਸੁਣਿਆ ਕਿ ਉਹ ਦੋਵੇਂ ਕੀ ਕਹਿ ਰਹੀਆਂ ਸਨ। ਉਹ ਮੈਨੂੰ ਡਾਕਟਰ ਤੋਂ ਚੈੱਕਅਪ ਕਰਵਾਉਣ ਬਾਰੇ ਗੱਲ ਕਰ ਰਹੀਆਂ ਸਨ। ਉਸ ਦੇ ਬੋਲਾਂ ਕਾਰਨ ਮੈਨੂੰ ਆਪਣੇ ਅੰਦਰ ਖਾਲੀਪਨ ਮਹਿਸੂਸ ਹੋਣ ਲੱਗਾ ਅਤੇ ਮੈਂ ਉਦਾਸ ਹੋ ਗਈ। ਰਾਤ ਨੂੰ ਸਾਰੇ ਆਪਣੇ ਆਪਣੇ ਕਮਰਿਆਂ ਵਿੱਚ ਸੌਣ ਲਈ ਚਲੇ ਗਏ ਸਨ। ਅਚਾਨਕ ਮੈਨੂੰ ਬੱਦਲ ਗਰਜਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਮੈਂ ਡਰ ਗਈ ਅਤੇ ਉੱਠ ਗਈ। ਮੈਨੂੰ ਯਾਦ ਆਇਆ ਕਿ ਛੱਤ ਤੇ ਕੱਪੜੇ ਸੁੱਕਣੇ ਪਾਏ ਹੋਏ ਸਨ ਜੋ ਮੀਂਹ 'ਚ ਭਿੱਜ ਜਾਣਗੇ। ਮੈਂ ਝੱਟ ਪੈਰਾਂ ਵਿੱਚ ਚੱਪਲਾਂ ਪਾ ਲਈਆਂ ਤੇ ਛੱਤ ਵੱਲ ਨੂੰ ਭੱਜੀ। ਜਿਵੇਂ ਹੀ ਮੈਂ ਛੱਤ ਤੇ ਪਹੁੰਚੀ ਮੈਂ ਹੈਰਾਨ ਹੋ ਗਈ। ਮਾਂ ਜੀ ਛੱਤ ਦੇ ਵਿਚਕਾਰ ਖੜੀ ਸੀ। ਉਹ ਵੀ ਸ਼ਾਇਦ ਕਿਸੇ ਕੰਮ ਲਈ ਛੱਤ ਤੇ ਆਈ ਹੋਵੇਗੀ, ਪਰ ਇਹ ਕੀ, ਉਸਨੇ ਉਹੀ ਸੂਟ ਪਾਇਆ ਹੋਇਆ ਸੀ ਜੋ ਮੈਂ ਧੋਤਾ ਸੀ। ਮੇਰੇ ਪੈਰਾਂ ਦੀ ਆਵਾਜ਼ ਸੁਣ ਕੇ ਮਾਂ ਡਰ ਕੇ ਝੱਟ ਪਿੱਛੇ ਮੁੜ ਗਈ। ਉਹ ਮੈਨੂੰ ਦੇਖ ਕੇ ਡਰ ਗਈ ਅਤੇ ਮੈਨੂੰ ਦੱਸਿਆ ਕਿ ਉਹ ਆਪਣੇ ਕੱਪੜੇ ਉਤਾਰਨ ਆਈ ਸੀ। ਮੈਨੂੰ ਚਿੰਤਾ ਸੀ ਕਿ ਕਿਤੇ ਤੇਰੀ ਮਿਹਨਤ ਵਿਅਰਥ ਨਾ ਚਲੀ ਜਾਵੇ। ਇੰਜ ਲੱਗ ਰਿਹਾ ਸੀ ਜਿਵੇਂ ਮੇਰੇ ਨਾਲ ਗੱਲ ਕਰਦਿਆਂ ਉਹ ਡਰ ਰਹੀ ਹੋਵੇ, ਜਿਵੇਂ ਉਹ ਝੂਠ ਬੋਲ ਰਹੀ ਹੈ। ਮੈਂ ਉਸ ਨੂੰ ਕੁਝ ਨਾ ਕਿਹਾ ਅਤੇ ਸੁੱਕੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਉਹ ਵੀ ਮੇਰੇ ਨਾਲ ਹੇਠਾਂ ਆ ਗਈ। ਮੈਂ ਆਪਣੇ ਕਮਰੇ ਵਿੱਚ ਚਲੀ ਗਈ। ਮੇਰੇ ਮਨ ਵਿੱਚ ਬਹੁਤ ਉਲਝਣ ਸੀ ਜੋ ਖਤਮ ਨਹੀਂ ਹੋ ਰਹੀ ਸੀ। ਦਿਨੋਂ ਦਿਨ ਮਾਂ ਜੀ ਦੇ ਅਜੀਬ ਵਿਹਾਰ ਨੇ ਮੈਨੂੰ ਉਲਝਣ ਵਿੱਚ ਫਸਾ ਦਿੱਤਾ ਸੀ। ਪਤਾ ਨਹੀਂ ਉਸ ਦੀਆਂ ਸਾਰੀਆਂ ਅਜੀਬੋ-ਗਰੀਬ ਹਰਕਤਾਂ ਪਿੱਛੇ ਕੀ ਰਾਜ ਹੋ ਸਕਦਾ ਸੀ। ਤੇ ਰਾਤ ਨੂੰ ਇੰਨੀ ਠੰਡ ਵਿੱਚ ਬਾਹਰ ਜਾਣਾ। ਮੈਂ ਆਪਣੇ ਖਿਆਲਾਂ ਵਿੱਚ ਇੰਨਾ ਗੁਆਚੀ ਹੋਈ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਮੇਰੀ ਅੱਖ ਲੱਗ ਗਈ। ਅਗਲੀ ਸਵੇਰ ਜਦੋਂ ਮੈਂ ਮਾਂ ਜੀ ਦੇ ਕੱਪੜੇ ਧੋ ਰਹੀ ਸੀ ਤਾਂ ਮੈਨੂੰ ਉਹੀ ਚਾਬੀ ਮਿਲੀ ਜੋ ਉਹ ਹਰ ਸਮੇਂ ਆਪਣੇ ਗਲੇ ਵਿੱਚ ਰੱਖਦੀ ਸੀ। ਮੈਂ ਬਹੁਤ ਖੁਸ਼ ਸੀ ਕਿ ਕਿਸੇ ਵੀ ਹਾਲਤ ਵਿੱਚ ਅੱਜ ਮੈਂ ਮਾਂ ਜੀ ਦਾ ਰਾਜ ਜ਼ਰੂਰ ਜਾਣਾਂਗੀ। ਮੈਂ ਆਪਣੇ ਹੱਥ ਸਾਫ਼ ਕੀਤੇ ਅਤੇ ਤੇਜ਼ੀ ਨਾਲ ਮਾਂ ਦੇ ਕਮਰੇ ਵੱਲ ਜਾਣ ਲੱਗੀ। ਜਿਵੇਂ ਹੀ ਮੈਂ ਉਸ ਦੇ ਕਮਰੇ ਵਿੱਚ ਪਹੁੰਚੀ ਮੈਂ ਦੇਖਿਆ ਕਿ ਉਹ ਅਲਮਾਰੀ ਵੱਲ ਮੂੰਹ ਕਰਕੇ ਕੁਝ ਕਰ ਰਹੀ ਸੀ। ਮੈਨੂੰ ਹੈਰਾਨੀ ਹੋਈ ਕਿ ਜਦੋਂ ਮਾਂ ਜੀ ਨੇ ਮੇਰੇ ਕਦਮਾਂ ਦੀ ਆਵਾਜ਼ ਸੁਣੀ ਤਾਂ ਉਹ ਝੱਟ ਅਲਮਾਰੀ ਬੰਦ ਕਰਕੇ ਮੇਰੇ ਵੱਲ ਦੇਖਣ ਲੱਗੀ। ਮੈਂ ਦੇਖਿਆ ਕਿ ਉਸ ਦਾ ਚਿਹਰਾ ਫਿੱਕਾ ਪੈ ਗਿਆ ਸੀ, ਜਿਵੇਂ ਉਸ ਦੀ ਕੋਈ ਚੋਰੀ ਫੜੀ ਗਈ ਹੋਵੇ। ਮਾਂ ਪੁੱਛਣ ਲੱਗੀ, ਕੀ ਹੋਇਆ? ਤੁਸੀਂ ਕੀ ਕਰਨ ਆਏ ਹੋ? ਕੋਈ ਕੰਮ ਸੀ? ਮੈਂ ਵੀ ਇਸ ਬਾਰੇ ਉਸ ਨੂੰ ਕੁਝ ਕਹਿਣਾ ਠੀਕ ਨਹੀਂ ਸਮਝਿਆ ਅਤੇ ਕਿਹਾ ਕਿ ਮੈਨੂੰ ਕੱਪੜੇ ਧੋਣ ਵੇਲੇ ਤੁਹਾਡੀ ਚਾਬੀ ਮਿਲੀ। ਉਸ ਚਾਬੀ ਨੂੰ ਦੇਖ ਕੇ ਮਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ। ਮਾਤਾ ਜੀ ਨੇ ਤੁਰੰਤ ਮੇਰੇ ਹੱਥੋਂ ਚਾਬੀ ਲੈ ਲਈ ਅਤੇ ਕਿਹਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਸਵੇਰ ਤੋਂ ਇਸ ਕੁੰਜੀ ਨੂੰ ਲੱਭ ਰਹੀ ਹਾਂ। ਪਤਾ ਨਹੀਂ ਮੈਂ ਇਸ ਨੂੰ ਕਿੱਥੇ ਰੱਖ ਕੇ ਭੁੱਲ ਗਈ ਸੀ। ਮੈਂ ਵੀ ਮਾਂ ਦੀਆਂ ਗੱਲਾਂ ਸੁਣ ਕੇ ਮੁਸਕਰਾਈ ਤੇ ਆਪਣੇ ਕਮਰੇ ਵੱਲ ਵਾਪਸ ਆ ਗਈ। ਮਾਂ ਜੀ ਤੇ ਮੇਰਾ ਸ਼ੱਕ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ। ਮਾਂ ਜੀ ਇੱਕ ਚਾਬੀ ਲਈ ਇੰਨੇ ਬੇਚੈਨ ਹੋ ਰਹੀ ਸੀ। ਇਹ ਕੋਈ ਆਮ ਗੱਲ ਨਹੀਂ ਸੀ। ਮੈਂ ਬਹੁਤ ਚਿੰਤਤ ਸੀ ਕਿ ਸੱਚਾਈ ਤੱਕ ਕਿਵੇਂ ਪਹੁੰਚਾਂ, ਕਿਉਂਕਿ ਮਾਂ ਆਪਣੇ ਕਮਰੇ ਤੋਂ ਬਾਹਰ ਨਹੀਂ ਆਉਂਦੀ ਸੀ। ਮੈਨੂੰ ਕੁਝ ਕਰਨਾ ਪਵੇਗਾ। ਮੈਂ ਸੋਚਿਆ ਕਿ ਮੈਨੂੰ ਮਨੀਸ਼ ਨਾਲ ਗੱਲ ਕਰਨੀ ਚਾਹੀਦੀ ਹੈ। ਰਾਤ ਨੂੰ ਜਦੋਂ ਮਨੀਸ਼ ਘਰ ਆਇਆ ਤਾਂ ਮੈਂ ਉਸ ਨੂੰ ਕਿਹਾ, ਮਨੀਸ਼, ਕਿਉਂ ਨਾ ਇਸ ਵਾਰ ਆਪਣੇ ਪਿਤਾ ਅਤੇ ਮਾਤਾ ਜੀ ਨੂੰ ਕਿਤੇ ਬਾਹਰ ਘੁੰਮਣ ਲਈ ਭੇਜੀਏ। ਆਖਰ ਉਹ ਵੀ ਇਨਸਾਨ ਹਨ। ਉਹ ਲੋਕ ਕਦੇ ਵੀ ਘਰ ਤੋਂ ਬਾਹਰ ਨਹੀਂ ਜਾਂਦੇ। ਉਹਨਾਂ ਦਾ ਵੀ ਬਾਹਰ ਜਾਣ ਦਾ ਮਨ ਕਰਦਾ ਹੋਣਾ। ਇਸ ਨਾਲ ਦੋਹਾਂ ਦਾ ਮਨ ਤਰੋ-ਤਾਜ਼ਾ ਹੋ ਜਾਵੇਗਾ। ਅਸੀਂ ਉਹਨਾਂ ਲਈ ਕਿਤੇ ਜਾਣ ਦੀ ਯੋਜਨਾ ਬਣਾਉਂਦੇ ਹਾਂ। ਮੇਰੀ ਗੱਲ ਸੁਣ ਕੇ ਮਨੀਸ਼ ਨੇ ਸੋਚਿਆ ਤੇ ਕਿਹਾ ਕਿ ਉਹ ਤਾਂ ਸਭ ਠੀਕ ਹੈ, ਪਰ ਤੁਹਾਨੂੰ ਪਤਾ ਹੈ ਕਿ ਪਿਤਾ ਜੀ ਦਾ ਸੁਭਾਅ ਕਿੰਨਾ ਗਰਮ ਹੈ। ਉਹ ਕਿਤੇ ਵੀ ਬਾਹਰ ਜਾਣਾ ਪਸੰਦ ਨਹੀਂ ਕਰਦੇ। ਉਹ ਆਪਣੇ ਕੰਮ ਵਿੱਚ ਹੀ ਰੁੱਝੇ ਰਹਿੰਦੇ ਹਨ। ਉਹਨਾਂ ਨੂੰ ਇਹਨਾਂ ਗੱਲਾਂ ਵਿੱਚ ਬਹੁਤੀ ਦਿਲਚਸਪੀ ਨਹੀਂ, ਪਰ ਫਿਰ ਵੀ ਮੈਂ ਉਹਨਾਂ ਨਾਲ ਗੱਲ ਕਰਕੇ ਦੇਖਾਂਗਾ। ਮਨੀਸ਼ ਨੇ ਆਪਣੇ ਪਿਤਾ ਨਾਲ ਗੱਲ ਕੀਤੀ, ਪਰ ਉਹਨਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮੈਂ ਆਪਣੀ ਯੋਜਨਾ ਨੂੰ ਫਲਾਪ ਹੁੰਦਾ ਦੇਖ ਮੇਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ।
ਕੁਝ ਦਿਨਾਂ ਬਾਅਦ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਵਿਆਹ ਤੇ ਜਾਣਾ ਸੀ। ਪਿਤਾ ਜੀ ਅਤੇ ਮਨੀਸ਼ ਸਵੇਰੇ ਹੀ ਚਲੇ ਗਏ ਸਨ। ਮੈਂ ਆਪਣੀ ਬਿਮਾਰੀ ਦਾ ਬਹਾਨਾ ਲਾ ਕੇ ਵਿਆਹ ਵਿੱਚ ਨਹੀਂ ਗਈ। ਮੈਂ ਘਰ ਵਿੱਚ ਬਿਲਕੁਲ ਇਕੱਲੀ ਸੀ। ਮੇਰੇ ਕੋਲ ਇਸ ਤੋਂ ਵਧੀਆ ਮੌਕਾ ਨਹੀਂ ਸੀ। ਮੈਂ ਝੱਟ ਬਾਹਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਅਤੇ ਮਾਂ ਜੀ ਦੇ ਕਮਰੇ ਵਿੱਚ ਆ ਗਈ। ਮਾਂ ਜੀ ਦਾ ਕਮਰਾ ਘਰ ਦੇ ਸਾਰੇ ਕਮਰਿਆਂ ਨਾਲੋਂ ਵੱਡਾ ਸੀ। ਮੈਂ ਉਸ ਦੇ ਕਮਰੇ ਦੇ ਆਲੇ ਦੁਆਲੇ ਦੇਖ ਰਹੀ ਸੀ ਅਤੇ ਸੋਚਣ ਲੱਗੀ ਕਿ ਸੱਚਾਈ ਤੱਕ ਕਿਵੇਂ ਪਹੁੰਚਾਂ। ਮੈਂ ਹਰ ਚੀਜ਼ ਨੂੰ ਧਿਆਨ ਨਾਲ ਚੈੱਕ ਕੀਤਾ। ਸ਼ਾਇਦ ਮੇਰੀ ਸੱਸ ਨੇ ਕਿਸੇ ਚੀਜ਼ ਵਿੱਚ ਚਾਬੀ ਛੱਡ ਦਿੱਤੀ ਹੋਵੇ। ਮੈਂ ਸਾਰਾ ਕਮਰਾ ਖੋਜਿਆ ਪਰ ਮੈਨੂੰ ਅਜਿਹਾ ਕੁਝ ਨਹੀਂ ਮਿਲਿਆ ਜੋ ਮੈਨੂੰ ਮੇਰੀ ਮਾਂ ਦੇ ਰਾਜ ਤੱਕ ਪਹੁੰਚਾ ਸਕੇ। ਮੈਂ ਉਦਾਸ ਹੋ ਕੇ ਬਾਹਰ ਜਾਣ ਲੱਗੀ। ਫਿਰ ਅਚਾਨਕ ਮੇਰੀ ਨਜ਼ਰ ਮਾਂ ਜੀ ਦੇ ਅਲਮਾਰੀ ਤੇ ਪਈ। ਮੈਂ ਸੋਚਿਆ ਕਿ ਕਿਉਂ ਨਾ ਇਸ ਅਲਮਾਰੀ ਨੂੰ ਚਾਕੂ ਵਰਗੇ ਕਿਸੇ ਔਜ਼ਾਰ ਨਾਲ ਖੋਲ੍ਹਿਆ ਜਾਵੇ। ਮੈਂ ਤੁਰੰਤ ਰਸੋਈ ਵੱਲ ਭੱਜੀ ਅਤੇ ਉੱਥੋਂ ਚਾਕੂ ਲੈ ਕੇ ਅਲਮਾਰੀ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਮੇਰੀ ਪੂਰੀ ਕੋਸ਼ਿਸ਼ ਦੇ ਬਾਵਜੂਦ ਕੁਝ ਨਹੀਂ ਹੋ ਸਕਿਆ। ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਤਾਲਾ ਨਹੀਂ ਖੁੱਲਿਆ। ਹੁਣ ਮੈਂ ਇਸ ਰਾਜ ਤੱਕ ਕਿਵੇਂ ਪਹੁੰਚਾਂ ਜਿਸ ਨੇ ਮੇਰੀ ਰਾਤਾਂ ਦੀ ਨੀਂਦ ਉਡਾ ਰੱਖੀ ਹੈ। ਮੈਂ ਅਜਿਹਾ ਕੀ ਕਰਾਂ ਤਾਂ ਜੋ ਮਾਂ ਜੀ ਦਾ ਰਾਜ ਮੇਰੇ ਸਾਹਮਣੇ ਆ ਜਾਵੇ। ਉਸ ਦਾ ਰਾਜ ਜਾਣਨਾ ਮੇਰੇ ਲਈ ਕੋਈ ਸੌਖਾ ਕੰਮ ਨਹੀਂ ਸੀ। ਮੈਂ ਨਿਰਾਸ਼ ਹੋ ਕੇ ਮਾਂ ਜੀ ਦੇ ਕਮਰੇ ਤੋਂ ਵਾਪਸ ਆਉਣ ਲੱਗੀ ਅਤੇ ਆਪਣੇ ਕਮਰੇ ਵਿੱਚ ਬੈਠ ਗਈ। ਮੇਰਾ ਸਿਰ ਦਰਦ ਨਾਲ ਫਟ ਰਿਹਾ ਸੀ। ਸਾਰੀਆਂ ਗੱਲਾਂ ਕਿਸੇ ਵੱਡੀ ਚੀਜ਼ ਵੱਲ ਇਸ਼ਾਰਾ ਕਰ ਰਹੀਆਂ ਸਨ। ਆਖਰ ਕੋਈ ਆਪਣੇ ਗਲ ਵਿੱਚ ਚਾਬੀ ਪਾ ਕੇ ਕਿਉਂ ਘੁੰਮਦਾ ਹੋਵੇ? ਆਖਰਕਾਰ ਅਜਿਹਾ ਕੀ ਹੈ ਜੋ ਬਹੁਤ ਕੀਮਤੀ ਹੈ ਅਤੇ ਮਾਂ ਜੀ ਉਸ ਨੂੰ ਸਾਰਿਆਂ ਦੀਆਂ ਨਜ਼ਰਾਂ ਤੋਂ ਬਚਾਉਣਾ ਚਾਹੁੰਦੀ ਹੈ? ਮੈਂ ਸੋਚ ਕੇ ਥੱਕ ਗਈ ਸੀ। ਫਿਰ ਅਚਾਨਕ ਮੇਰੇ ਮਨ ਵਿੱਚ ਇੱਕ ਵਿਚਾਰ ਆਇਆ, ਕਿਉਂ ਨਾ ਮੈਂ ਰਾਤ ਨੂੰ ਮਾਂ ਜੀ ਦੇ ਕਮਰੇ ਵਿੱਚ ਲੁਕ ਜਾਵਾਂ ਅਤੇ ਆਪਣੀਆਂ ਅੱਖਾਂ ਨਾਲ ਦੇਖਾਂ ਕਿ ਉਹ ਕੀ ਕਰਦੀ ਹੈ। ਉਹਨਾਂ ਦੇ ਗਿੱਲੇ ਕੱਪੜਿਆਂ ਦਾ ਕੀ ਰਾਜ ਹੈ? ਮੈਂ ਮਨ ਵਿੱਚ ਫੈਸਲਾ ਕਰ ਲਿਆ ਕਿ ਹੁਣ ਤਾਂ ਮੈਂ ਸੱਚ ਸਭ ਦੇ ਸਾਹਮਣੇ ਲਿਆਵਾਂਗੀ। ਮੈਂ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਜਦੋਂ ਮਾਂ ਜੀ ਮੇਰੇ ਕਮਰੇ ਵਿੱਚ ਬਹੁਤ ਗੁੱਸੇ ਵਿੱਚ ਆਈ ਅਤੇ ਮੈਨੂੰ ਗੁੱਸੇ ਵਿੱਚ ਕਿਹਾ ਕਿ ਤੁਸੀਂ ਮੇਰੇ ਕਮਰੇ ਦੀ ਤਲਾਸ਼ੀ ਲਈ ਹੈ। ਤੇਰੀ ਹਿੰਮਤ ਕਿਵੇਂ ਹੋਈ? ਤੂੰ ਉੱਥੇ ਕੀ ਲੈਣ ਗਈ ਸੀ? ਕਿਸ ਦੀ ਆਗਿਆ ਨਾਲ ਮੇਰੇ ਕਮਰੇ ਵਿੱਚ ਗਈ ਸੀ? ਮਾਂ ਜੀ ਲਾਲ ਪੀਲੀ ਹੋ ਰਹੀ ਸੀ। ਮੈਂ ਧਿਆਨ ਨਾਲ ਉਸ ਦੇ ਗੁੱਸੇ ਵਾਲੇ ਚਿਹਰੇ ਨੂੰ ਦੇਖ ਰਹੀ ਸੀ। ਉਸ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਉਸ ਦੇ ਕਮਰੇ ਵਿੱਚ ਗਈ ਸੀ? ਉਸ ਨੇ ਸ਼ਾਇਦ ਮੇਰੀ ਸੋਚ ਪੜ੍ਹ ਲਈ ਸੀ। ਫਿਰ ਉਹ ਚਾਕੂ ਮੇਰੇ ਹੱਥ ਵਿੱਚ ਰੱਖ ਕੇ ਕਹਿਣ ਲੱਗੀ ਕਿ ਤੂੰ ਆਪਣੇ ਕਾਲੇ ਕਾਰਨਾਮਿਆਂ ਨੂੰ ਉੱਥੇ ਹੀ ਛੱਡ ਆਈ ਸੀ। ਤੁਹਾਡੇ ਪਤੀ ਨੂੰ ਆਉਣ ਦਿਓ। ਅੱਜ ਮੈਂ ਉਸ ਨੂੰ ਤੁਹਾਡੇ ਕੰਮਾਂ ਬਾਰੇ ਦੱਸਾਂਗੀ ਕਿ ਕਿਵੇਂ ਉਸ ਦੀ ਪਤਨੀ ਨੇ ਮੇਰਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਮਾਂ ਜੀ ਦੀ ਗੱਲ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ, ਕਿਉਂਕਿ ਜੇਕਰ ਮਨੀਸ਼ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਤਾਂ ਪਤਾ ਨਹੀਂ ਉਹ ਕੀ ਕਰਦਾ। ਮੈਂ ਮਾਂ ਜੀ ਅੱਗੇ ਹੱਥ ਜੋੜ ਕੇ ਕਿਹਾ, ਮਾਂ ਜੀ ਮੈਨੂੰ ਮਾਫ ਕਰ ਦਿਓ। ਮੈਂ ਅੱਗੇ ਤੋਂ ਅਜਿਹਾ ਕੁਝ ਨਹੀਂ ਕਰਾਂਗੀ। ਮਾਂ ਜੀ ਗੁੱਸੇ ਵਿੱਚ ਮੇਰੇ ਕਮਰੇ ਵਿੱਚੋਂ ਬਾਹਰ ਚਲੀ ਗਈ। ਰੋਂਦੇ ਰੋਂਦੇ ਮੈਂ ਰੱਬ ਅੱਗੇ ਅਰਦਾਸ ਕਰਨ ਲੱਗੀ ਕਿ ਮਾਂ ਜੀ ਮਨੀਸ਼ ਨੂੰ ਕੁਝ ਨਾ ਦੱਸੇ। ਪਰ ਸ਼ੁਕਰ ਹੈ ਮਾਂ ਜੀ ਨੇ ਮਨੀਸ਼ ਨੂੰ ਕੁਝ ਨਾ ਦੱਸਿਆ। ਉਸ ਦਿਨ ਤੋਂ ਮਾਂ ਜੀ ਦੀਆਂ ਨਜ਼ਰਾਂ ਹਰ ਵੇਲੇ ਮੇਰੇ ਉੱਤੇ ਹੀ ਰਹਿੰਦੀਆਂ ਸਨ। ਹੁਣ ਮੈਂ ਸਭ ਕੁਝ ਛੱਡ ਕੇ ਉਹਨਾਂ ਦੀ ਦੇਖਭਾਲ ਕਰਨ ਲੱਗ ਪਈ। ਇੰਨੀ ਦਿਨੀ ਪਿਤਾ ਜੀ ਮੇਰੇ ਪਤੀ ਨੂੰ ਕਾਰੋਬਾਰ ਕਾਰਨ ਕੁਝ ਦਿਨਾਂ ਲਈ ਸ਼ਹਿਰ ਤੋਂ ਬਾਹਰ ਜਾਣਾ ਪਿਆ। ਹੁਣ ਸਿਰਫ ਮੈਂ ਤੇ ਮੇਰੀ ਸੱਸ ਘਰ ਵਿੱਚ ਇਕੱਲੇ ਰਹਿੰਦੇ ਸੀ। ਮੇਰੀ ਸੱਸ ਮੈਨੂੰ ਸਾਰਾ ਦਿਨ ਕੰਮ ਵਿੱਚ ਵਿਅਸਤ ਰੱਖਦੀ ਸੀ। ਇੰਨੀ ਦਿਨੀ ਮੈਂ ਪੂਰੀ ਤਰ੍ਹਾਂ ਭੁੱਲ ਗਈ ਕਿ ਮੈਂ ਕੋਈ ਰਾਜ ਬਾਰੇ ਜਾਣਨਾ ਸੀ। ਮਾਂ ਮੈਨੂੰ ਕਿਸੇ ਨਾ ਕਿਸੇ ਕੰਮ ਵਿੱਚ ਵਿਅਸਤ ਰੱਖਦੀ ਸੀ। ਪਤਾ ਨਹੀਂ ਉਸ ਨੂੰ ਕੀ ਹੋ ਗਿਆ ਸੀ। ਮੈਂ ਬਹੁਤ ਚਿੰਤਤ ਸੀ ਕਿ ਮਾਂ ਮੇਰੇ ਨਾਲ ਅਜਿਹਾ ਕਿਉਂ ਕਰ ਰਹੀ ਹੈ। ਹੁਣ ਮੈਂ ਤੇ ਮਾਂ ਜੀ ਇੱਕੋ ਕਮਰੇ ਵਿੱਚ ਸੌਂ ਰਹੀ, ਪਰ ਅੱਜ ਤੱਕ ਮਾਂ ਜੀ ਨੇ ਮੇਰੇ ਸਾਹਮਣੇ ਕੋਈ ਅਜਿਹਾ ਕੰਮ ਨਹੀਂ ਕੀਤਾ ਸੀ ਜਿਸ ਨਾਲ ਮੇਰਾ ਸ਼ੱਕ ਉਹਨਾਂ ਤੇ ਜਾਵੇ। ਇਹ ਘਟਨਾ ਉਦੋਂ ਵਾਪਰੀ ਜਦੋਂ ਪਿਤਾ ਜੀ ਅਤੇ ਮਨੀਸ਼ 3 ਦਿਨਾਂ ਲਈ ਘਰੋਂ ਗਏ ਹੋਏ ਸਨ। ਮੈਂ ਮਾਂ ਜੀ ਨੂੰ ਰਸੋਈ ਵਿੱਚੋਂ ਖਾਣ ਪੀਣ ਦਾ ਸਮਾਨ ਲੈ ਕੇ ਜਾਂਦੇ ਦੇਖਿਆ। ਉਹ ਸਾਰਾ ਸਮਾਨ ਇੱਕ ਬੈਗ ਵਿੱਚ ਭਰ ਰਹੀ ਸੀ। ਮੈਂ ਬਹੁਤ ਹੈਰਾਨ ਹੋਈ ਕਿ ਮਾਂ ਜੀ ਇਹ ਸਾਰਾ ਸਮਾਨ ਕਿੱਥੇ ਲੈ ਕੇ ਜਾ ਰਹੀ ਹੈ ਅਤੇ ਕਿਸ ਲਈ। ਮੇਰੀ ਹੈਰਾਨੀ ਅਜੇ ਸ਼ਾਂਤ ਨਹੀਂ ਹੋਈ ਸੀ ਜਦੋਂ ਮੈਂ ਮਾਂ ਜੀ ਨੂੰ ਵਾਪਸ ਆਉਂਦੇ ਦੇਖਿਆ। ਮਾਂ ਜੀ ਦੇ ਕਮਰੇ ਵਿੱਚ ਆਉਣ ਤੋਂ ਪਹਿਲਾਂ ਮੈਂ ਜਲਦੀ ਨਾਲ ਜਾ ਕੇ ਮੰਜੇ ਤੇ ਲੇਟ ਗਈ। ਮਾਂ ਜੀ ਨੇ ਉਹ ਬੈਗ ਕਮਰੇ ਵਿੱਚ ਆਪਣੇ ਮੰਜੇ ਹੇਠਾਂ ਰੱਖ ਦਿੱਤਾ ਅਤੇ ਆਪਣੇ ਮੰਜੇ ਤੇ ਲੇਟ ਗਈ। ਮੈਂ ਸੋਚਣ ਲੱਗੀ ਕਿ ਇਹ ਸਭ ਕੀ ਹੋ ਰਿਹਾ ਹੈ। ਆਪਣੇ ਮੰਜੇ ਦੇ ਹੇਠਾਂ ਬੈਗ ਰੱਖਣ ਦਾ ਕੀ ਮਤਲਬ ਹੈ? ਹੁਣ ਮੈਂ ਮਾਂ ਜੀ ਦੀਆਂ ਅਜੀਬੋ-ਗਰੀਬ ਹਰਕਤਾਂ ਕਾਰਨ ਬਹੁਤ ਡਰੀ ਹੋਈ ਮਹਿਸੂਸ ਕਰ ਰਹੀ ਸੀ। ਇਹ ਸਾਰੀਆਂ ਹਰਕਤਾਂ ਜੋ ਉਹ ਕਰ ਰਹੀ ਸੀ ਉਹ ਆਮ ਨਹੀਂ ਸਨ, ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ।
ਮੈਂ ਸੌਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਇੰਤਜ਼ਾਰ ਕਰਨ ਲੱਗੀ ਕਿ ਅੱਗੇ ਕੀ ਹੋਣ ਵਾਲਾ ਹੈ ਅਤੇ ਮਾਂ ਜੀ ਅੱਗੇ ਕੀ ਕਰੇਗੀ। ਮਾਂ ਜੀ ਵੀ ਹੁਣ ਗੂੜੀ ਨੀਂਦ ਵਿੱਚ ਆਪਣੇ ਮੰਜੇ ਤੇ ਸੌਂ ਰਹੀ ਸੀ। ਕੋਸ਼ਿਸ਼ ਕਰਨ ਤੇ ਵੀ ਮੈਂ ਸੌਂ ਨਹੀਂ ਸਕੀ। ਮਾਂ ਜੀ ਨੇ ਆਪਣੀਆਂ ਹਰਕਤਾਂ ਨਾਲ ਮੈਨੂੰ ਹੁਣ ਅਜਿਹਾ ਕਰਨ ਲਈ ਮਜਬੂਰ ਕਰ ਦਿੱਤਾ ਸੀ ਕਿ ਮੈਂ ਹੁਣ ਉਹਨਾਂ ਦੀ ਅਸਲੀਅਤ ਤੱਕ ਪਹੁੰਚਾਂ। ਮੈਂ ਸਾਰੀ ਰਾਤ ਜਾਗਦੀ ਰਹੀ ਅਤੇ ਸੋਚਦੀ ਰਹੀ ਕਿ ਇਸ ਸਭ ਤੋਂ ਬਾਹਰ ਨਿਕਲਣ ਦਾ ਹੱਲ ਕੀ ਹੈ। ਅਗਲੇ ਹੀ ਦਿਨ ਮਾਂ ਜੀ ਦੀਆਂ ਕੁਝ ਸਹੇਲੀਆਂ ਘਰ ਆ ਗਈਆਂ। ਮਾਂ ਜੀ ਨੇ ਮੈਨੂੰ ਪਹਿਲਾਂ ਹੀ ਖਾਣਾ ਬਣਾਉਣ ਲਈ ਕਿਹਾ ਸੀ। ਮੈਂ ਖਾਣਾ ਤਿਆਰ ਕਰਕੇ ਮਾਂ ਜੀ ਨੂੰ ਦੱਸਿਆ। ਉਦੋਂ ਤੱਕ ਉਸ ਦੀਆਂ ਸਹੇਲੀਆਂ ਵੀ ਆ ਚੁੱਕੀਆਂ ਸਨ। ਉਹ ਸਾਰੀਆਂ ਬਹੁਤ ਚੰਗੇ ਅਤੇ ਅਮੀਰ ਘਰਾਣਿਆਂ ਵਿੱਚੋਂ ਲੱਗਦੀਆਂ ਸਨ। ਮਾਂ ਜੀ ਨੇ ਮੈਨੂੰ ਉਹਨਾਂ ਨਾਲ ਮਿਲਾਇਆ। ਉਹ ਸਾਰੀਆਂ ਬਹੁਤ ਚੰਗੀਆਂ ਸਨ, ਸਿਰਫ ਇੱਕ ਨੂੰ ਛੱਡ ਕੇ, ਜੋ ਮੈਨੂੰ ਧਿਆਨ ਨਾਲ ਦੇਖ ਰਹੀ ਸੀ ਅਤੇ ਉਹ ਬਹੁਤ ਹੁਸ਼ਿਆਰ ਔਰਤ ਲੱਗ ਰਹੀ ਸੀ। ਉਹ ਸ਼ਾਇਦ ਮਾਂ ਜੀ ਦੇ ਸਭ ਤੋਂ ਨੇੜੇ ਸੀ। ਫਿਰ ਸਾਰਿਆਂ ਨੇ ਇਕੱਠੇ ਖਾਣਾ ਖਾਧਾ। ਖਾਣਾ ਖਾਣ ਤੋਂ ਬਾਅਦ ਮਾਂ ਜੀ ਨੇ ਮੈਨੂੰ ਆਪਣੇ ਕਮਰੇ ਵਿੱਚੋਂ ਪਾਨ ਵਾਲਾ ਡੱਬਾ ਲਿਆਉਣ ਲਈ ਕਿਹਾ ਕਿ ਅਸੀਂ ਸਾਰੇ ਖਾਣਾ ਖਾਣ ਤੋਂ ਬਾਅਦ ਪਾਨ ਖਾਵਾਂਗੇ। ਜਾ ਕੇ ਮੇਰੇ ਕਮਰੇ ਵਿੱਚੋਂ ਪਾਨ ਵਾਲਾ ਡੱਬਾ ਲੈ ਕੇ ਆਓ। ਜਦੋਂ ਮੈਂ ਮਾਂ ਜੀ ਦੇ ਕਮਰੇ ਵਿੱਚੋਂ ਪਾਨ ਵਾਲਾ ਡੱਬਾ ਲੈ ਕੇ ਵਾਪਸ ਮੁੜ ਰਹੀ ਸੀ ਤਾਂ ਅਚਾਨਕ ਮੇਰਾ ਪੈਰ ਮੁੜ ਗਿਆ ਅਤੇ ਪਾਨ ਵਾਲਾ ਡੱਬਾ ਮੇਰੇ ਹੱਥ ਤੋਂ ਤਿਲਕ ਕੇ ਜ਼ਮੀਨ ਤੇ ਡਿੱਗ ਪਿਆ। ਮੇਰੇ ਬਹੁਤ ਦਰਦ ਹੋ ਰਿਹਾ ਸੀ। ਤਦ ਅਚਾਨਕ ਮੇਰੀ ਨਜ਼ਰ ਸਾਹਮਣੇ ਪਈ ਚੀਜ਼ ਤੇ ਪਈ। ਇਹ ਉਹੀ ਕੁੰਜੀ ਸੀ ਜੋ ਮੈਨੂੰ ਮਾਂ ਜੀ ਦੇ ਰਾਜ ਤੱਕ ਲੈ ਜਾ ਸਕਦੀ ਸੀ। ਮੈਂ ਝੱਟ ਉਸ ਚਾਬੀ ਨੂੰ ਚੁੱਕ ਕੇ ਆਪਣੀ ਸਾੜੀ ਦੇ ਪੱਲੂ ਵਿੱਚ ਬੰਨ੍ਹ ਲਿਆ। ਮੈਂ ਪਾਨ ਵਾਲਾ ਡੱਬਾ ਚੁੱਕਿਆ ਤੇ ਮਾਂ ਜੀ ਨੂੰ ਦੇ ਆਈ ਅਤੇ ਸਿਰ ਦਰਦ ਦਾ ਬਹਾਨਾ ਬਣਾ ਕੇ ਕਮਰੇ ਵਿੱਚ ਆ ਗਈ। ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ ਕਿ ਅੱਜ ਰਾਤ ਮਾਂ ਜੀ ਦੇ ਸੌਣ ਤੋਂ ਬਾਅਦ ਮੈਂ ਆਖਰਕਾਰ ਇਸ ਰਾਜ ਤੱਕ ਪਹੁੰਚ ਜਾਵਾਂਗੀ ਜੋ ਮਾਂ ਜੀ ਇੰਨੇ ਸਾਲਾਂ ਤੋਂ ਸਾਡੇ ਸਾਰਿਆਂ ਤੋਂ ਛੁਪਾ ਰਹੀ ਸੀ। ਆਖਰਕਾਰ ਅਜਿਹਾ ਕੀ ਕਾਰਨ ਹੈ ਜਿਸ ਕਾਰਨ ਉਹ ਅਜਿਹਾ ਕਰਨ ਲਈ ਮਜਬੂਰ ਸੀ। ਮੈਂ ਆਪਣੀਆਂ ਸੋਚਾਂ ਵਿੱਚ ਗੁਆਚੀ ਹੋਈ ਸੀ ਕਿ ਮਾਂ ਜੀ ਦੀ ਆਵਾਜ਼ ਸੁਣੀ ਅਤੇ ਮੈਨੂੰ ਚਾਹ ਬਣਾਉਣ ਲਈ ਬੁਲਾ ਰਹੀ ਸੀ। ਮੈਂ ਡੂੰਘਾ ਸਾਹ ਲਿਆ ਅਤੇ ਰਸੋਈ ਵਿੱਚ ਆ ਕੇ ਚਾਹ ਬਣਾਉਣ ਲੱਗੀ। ਜਿਉਂ ਹੀ ਮੈਂ ਚੁੱਲ੍ਹੇ ਤੇ ਚਾਹ ਬਣਾਉਣ ਲੱਗੀ ਤਾਂ ਅਚਾਨਕ ਮੇਰਾ ਦਿਮਾਗ ਘੁੰਮਣ ਲੱਗਾ ਅਤੇ ਮੈਨੂੰ ਚੱਕਰ ਆਉਣ ਲੱਗੀ। ਮਾਂ ਜੀ ਰਸੋਈ ਤੋਂ ਕੁਝ ਲੈਣ ਆਈ ਸੀ। ਮੈਨੂੰ ਦੇਖ ਕੇ ਉਹ ਮੇਰੇ ਵੱਲ ਵਧੀ ਅਤੇ ਮੈਨੂੰ ਡਿੱਗਣ ਤੋਂ ਬਚਾ ਲਿਆ। ਮਾਂ ਜੀ ਨੇ ਮੈਨੂੰ ਜਲਦੀ ਨਾਲ ਇੱਕ ਪਾਸੇ ਬਿਠਾਇਆ ਅਤੇ ਡਾਕਟਰ ਨੂੰ ਬੁਲਾਇਆ। ਡਾਕਟਰ ਵੱਲੋਂ ਦੱਸੀ ਗਈ ਖਬਰ ਸੁਣ ਕੇ ਮੇਰੀ ਸਿਹਤ ਪੂਰੀ ਤਰ੍ਹਾਂ ਠੀਕ ਹੋ ਗਈ। ਇਉਂ ਜਾਪਦਾ ਸੀ ਜਿਵੇਂ ਮੇਰੇ ਦਿਲ ਵਿੱਚ ਖੁਸ਼ੀ ਦੀ ਨਵੀਂ ਲਹਿਰ ਜਾਗ ਪਈ ਹੋਵੇ। ਮੈਂ ਪ੍ਰਮਾਤਮਾ ਦਾ ਧੰਨਵਾਦ ਕੀਤਾ ਜਿਸ ਨੇ ਮੇਰੀ ਜ਼ਿੰਦਗੀ ਦੇ ਸਭ ਤੋਂ ਵੱਡੇ ਦੁੱਖ ਨੂੰ ਖੁਸ਼ੀ ਵਿੱਚ ਬਦਲ ਦਿੱਤਾ। ਮਾਂ ਜੀ ਮੇਰੀ ਨਜ਼ਰ ਉਤਾਰਨ ਲੱਗੀ ਅਤੇ ਹੁਣ ਮੇਰਾ ਬਹੁਤ ਖਿਆਲ ਰੱਖਣ ਲੱਗੀ। ਆਖਰ ਉਹ ਵੀ ਦਾਦੀ ਬਣਨ ਵਾਲੀ ਸੀ। ਮੈਂ ਮਾਂ ਬਣਨ ਜਾ ਰਹੀ ਸੀ। ਅਗਲੇ ਦਿਨ ਮਾਂ ਜੀ ਇੱਕ ਗਿੱਲੀ ਕਮੀਜ਼ ਲੈ ਕੇ ਮੇਰੇ ਕੋਲ ਆਈ ਜੋ ਬਹੁਤ ਗਿੱਲੀ ਸੀ। ਉਸ ਨੂੰ ਦੇਖ ਕੇ ਮੈਨੂੰ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ। ਮਾਂ ਜੀ ਨੇ ਮੈਨੂੰ ਉਹ ਕਮੀਜ਼ ਪਹਿਨਣ ਲਈ ਕਿਹਾ। ਮਾਂ ਜੀ ਦੀ ਗੱਲ ਸੁਣ ਕੇ ਮੈਂ ਬਹੁਤ ਹੈਰਾਨ ਹੋਈ ਅਤੇ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਇਹ ਕਮੀਜ਼ ਕਿਉਂ ਪਵਾ ਰਹੇ ਹੋ, ਉਹ ਵੀ ਇੰਨੀ ਗੰਦੀ ਅਤੇ ਗਿੱਲੀ। ਮੈਂ ਇਹ ਕਹਿ ਕੇ ਕਮੀਜ਼ ਪਾਉਣ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਇਹ ਨਹੀਂ ਪਹਿਨਾਂਗੀ। ਤਾਂ ਮਾਂ ਜੀ ਨੇ ਕਿਹਾ ਕਿ ਜਦੋਂ ਮੈਂ ਗਰਭਵਤੀ ਸੀ ਤਾਂ ਮੈਂ ਵੀ ਇਹੀ ਕਮੀਜ਼ ਪਹਿਨੀ ਸੀ ਕਿਉਂਕਿ ਤੁਹਾਡੇ ਸਹੁਰੇ ਨੂੰ ਪੁੱਤਰ ਚਾਹੀਦਾ ਸੀ ਅਤੇ ਇਹ ਇਸ ਘਰ ਦੀ ਪਰੰਪਰਾ ਹੈ। ਕੋਈ ਗੱਲ ਨਹੀਂ, ਪਹਿਲਾ ਬੱਚਾ ਲੜਕਾ ਹੋਵੇਗਾ ਅਤੇ ਤੁਹਾਡੇ ਸਹੁਰੇ ਨੇ ਪਹਿਲਾਂ ਹੀ ਇਹ ਸਖਤੀ ਨਾਲ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਉਹਨਾਂ ਦਾ ਪਹਿਲਾ ਵਾਰਿਸ ਅਜਿਹਾ ਹੋਵੇ ਜੋ ਉਹਨਾਂ ਦੇ ਪਰਿਵਾਰ ਦਾ ਨਾਮ ਅੱਗੇ ਵਧਾਵੇ। ਨਹੀਂ ਤਾਂ ਤੁਸੀਂ ਆਪਣੇ ਘਰ ਬੈਠਣ ਲਈ ਤਿਆਰ ਹੋ ਜਾਇਓ। ਮੇਰੇ ਪੁੱਤਰ ਲਈ ਕੁੜੀਆਂ ਦੀ ਕੋਈ ਕਮੀ ਨਹੀਂ ਹੈ। ਮਾਂ ਜੀ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ। ਪਿਤਾ ਜੀ ਅਜਿਹੀਆਂ ਕਠੋਰ ਗੱਲਾਂ ਕਿਵੇਂ ਕਹਿ ਸਕਦੇ ਹਨ। ਮੈਂ ਰੋਣ ਲੱਗ ਪਈ ਤਾਂ ਮਾਂ ਜੀ ਨੇ ਮੈਨੂੰ ਚੁੱਪ ਕਰਾਇਆ ਅਤੇ ਮੈਨੂੰ ਇਹ ਕਮੀਜ਼ ਪਹਿਨਣ ਲਈ ਕਿਹਾ ਅਤੇ ਉੱਥੋਂ ਚਲੀ ਗਈ। ਮੈਂ ਆਪਣੇ ਕੋਲ ਪਈ ਫਟੀ ਪੁਰਾਣੀ ਕਮੀਜ਼ ਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੀ ਸੀ ਜੋ ਬਹੁਤ ਬੁਰੀ ਹਾਲਤ ਵਿੱਚ ਸੀ। ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਇਹ ਕਮੀਜ਼ ਕਿਸੇ ਵੀ ਕੀਮਤ ਤੇ ਨਹੀਂ ਪਹਿਨਾਂਗੀ। ਅੱਜ ਮੈਂ ਮਾਂ ਜੀ ਦੇ ਕਮਰੇ ਦੀ ਬਜਾਏ ਆਪਣੇ ਕਮਰੇ ਵਿੱਚ ਸੀ ਜਦੋਂ ਮੈਨੂੰ ਕੁਝ ਖੜਕਣ ਦੀ ਆਵਾਜ਼ ਸੁਣੀ। ਮੈਂ ਡਰ ਗਈ। ਮੇਰੇ ਅਤੇ ਮਾਂ ਜੀ ਤੋਂ ਇਲਾਵਾ ਹੋਰ ਕੌਣ ਹੋ ਸਕਦਾ ਹੈ। ਇਸ ਸਮੇਂ ਮੈਂ ਹਿੰਮਤ ਇਕੱਠੀ ਕੀਤੀ ਅਤੇ ਬਾਹਰ ਜਾਣ ਲੱਗੀ। ਅੱਜ ਫਿਰ ਹਰ ਰੋਜ਼ ਵਾਂਗ ਮਾਂ ਜੀ ਰੋਟੀ ਲੈ ਕੇ ਕਮਰੇ ਵੱਲ ਜਾ ਰਹੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ। ਮੈਂ ਵੀ ਹੌਲੀ ਹੌਲੀ ਨਿੱਕੇ ਨਿੱਕੇ ਕਦਮ ਚੁੱਕਦੀ ਹੋਈ ਉਸ ਦੇ ਪਿੱਛੇ ਤੁਰ ਪਈ। ਮਾਂ ਜੀ ਨੇ ਆਪਣੇ ਕਮਰੇ ਵਿੱਚ ਜਾ ਕੇ ਖਾਣਾ ਮੇਜ਼ ਉੱਤੇ ਰੱਖ ਦਿੱਤਾ। ਮੈਂ ਲੁਕ ਗਈ। ਮਾਂ ਜੀ ਕਮਰੇ ਵਿੱਚ ਚਾਰੇ ਪਾਸੇ ਦੇਖਣ ਲੱਗ ਪਈ ਅਤੇ ਬੈਠ ਗਈ ਅਤੇ ਹੇਠਾਂ ਰੱਖਿਆ ਸੰਦੂਕ ਕੱਢ ਕੇ ਖੋਲ੍ਹਣ ਲੱਗੀ। ਮਾਂ ਜੀ ਨੇ ਜਿਵੇਂ ਹੀ ਉਸ ਸੰਦੂਕ ਨੂੰ ਖੋਲ੍ਹਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।
ਉਸ ਸੰਦੂਕ ਵਿੱਚ ਮੌਜੂਦ ਚੀਜ਼ਾਂ ਦੇਖ ਕੇ ਮੈਂ ਹੈਰਾਨ ਰਹਿ ਗਈ। ਪੂਰੇ ਟਰੰਕ ਵਿੱਚ ਤਰ੍ਹਾਂ-ਤਰ੍ਹਾਂ ਦੇ ਖਿਡੌਣੇ ਅਤੇ ਕੱਪੜੇ ਸਨ। ਮਾਂ ਜੀ ਨੇ ਉਸ ਵਿੱਚੋਂ ਇੱਕ ਖਿਡੌਣਾ ਕੱਢਿਆ ਅਤੇ ਸੰਦੂਕ ਨੂੰ ਵਾਪਸ ਬੰਦ ਕਰ ਦਿੱਤਾ। ਮੈਂ ਖੜੀ ਹੈਰਾਨੀ ਨਾਲ ਇਹ ਸਭ ਦੇਖ ਰਹੀ ਸੀ। ਇਸ ਤੋਂ ਬਾਅਦ ਮਾਂ ਜੀ ਨੇ ਅਲਮਾਰੀ ਨੇੜੇ ਆ ਕੇ ਅਲਮਾਰੀ ਨੂੰ ਖੋਲ੍ਹਿਆ। ਜਿਵੇਂ ਹੀ ਮਾਂ ਜੀ ਨੇ ਅਲਮਾਰੀ ਦਾ ਦਰਵਾਜ਼ਾ ਖੋਲ੍ਹਿਆ, ਮੇਰੀ ਤਾਂ ਰੂਹ ਹੀ ਕੰਬ ਗਈ ਸੀ। ਮਾਂ ਜੀ ਨੇ ਅਲਮਾਰੀ ਦਾ ਦਰਵਾਜ਼ਾ ਇੱਕ ਪਾਸੇ ਵੱਲ ਖਿਸਕਾਇਆ, ਜਿੱਥੇ ਇੱਕ ਗੁਪਤ ਰਸਤਾ ਦਿਖਾਈ ਦੇ ਰਿਹਾ ਸੀ। ਇਹ ਸਭ ਦੇਖ ਕੇ ਮੈਂ ਬਹੁਤ ਡਰ ਰਹੀ ਸੀ। ਮਾਂ ਜੀ ਉਸ ਗੁਪਤ ਦਰਵਾਜ਼ੇ ਅੰਦਰ ਚਲੀ ਗਈ। ਮੈਂ ਵੀ ਡਰੀ ਹੋਈ ਚੁੱਪਚਾਪ ਉਸ ਦਾ ਪਿੱਛਾ ਕਰਨ ਲੱਗੀ। ਮੇਰਾ ਸਰੀਰ ਬੁਰੀ ਤਰ੍ਹਾਂ ਕੰਬ ਰਿਹਾ ਸੀ। ਮੇਰੇ ਹੱਥ ਪੈਰ ਠੰਡੇ ਹੋਣ ਲੱਗੇ ਸਨ। ਮਾਂ ਜੀ ਉਸ ਰਸਤੇ ਤੋਂ ਲੰਘ ਕੇ ਇੱਕ ਛੋਟੇ ਜਿਹੇ ਕਮਰੇ ਅੰਦਰ ਚਲੀ ਗਈ। ਮੈਂ ਕੰਧ ਦੇ ਪਿੱਛੇ ਲੁਕ ਕੇ ਉਹਨਾਂ ਨੂੰ ਦੇਖਣ ਲੱਗੀ। ਹੁਣ ਜੋ ਕੁਝ ਮੈਂ ਦੇਖ ਰਹੀ ਸੀ, ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਸਨ ਅਤੇ ਮੈਂ ਇਹ ਸਭ ਇੱਕ ਮੂਰਤੀ ਵਾਂਗ ਖੜੀ ਦੇਖ ਰਹੀ ਸੀ, ਜਿੱਥੇ ਮਾਂ ਜੀ ਇੱਕ 15 ਸਾਲ ਦੀ ਕੁੜੀ ਨੂੰ ਖਾਣਾ ਖਵਾ ਰਹੀ ਸੀ। ਮੇਰੇ ਤਾਂ ਹੋਸ਼ ਉੱਡ ਗਏ ਸਨ। ਉਹ ਕੁੜੀ ਬਹੁਤ ਅਜੀਬ ਲੱਗ ਰਹੀ ਸੀ। ਮੈਂ ਇਸ ਤੋਂ ਪਹਿਲਾਂ ਡਿੱਗਦੀ। ਮੈਂ ਆਪਣੇ ਆਪ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਮੇਰੀ ਆਵਾਜ਼ ਸੁਣ ਕੇ ਮਾਂ ਜੀ ਝੱਟ ਪਿੱਛੇ ਮੁੜ ਗਈ। ਉਹ ਮੇਰੇ ਵੱਲ ਦੇਖਣ ਲੱਗੀ ਅਤੇ ਮੈਨੂੰ ਦੇਖਦੇ ਹੀ ਉਸ ਦਾ ਰੰਗ ਫਿੱਕਾ ਪੈ ਗਿਆ, ਜਿਵੇਂ ਉਸ ਦੇ ਹੋਸ਼ ਉੱਡ ਗਏ ਹੋਣ। ਉਸ ਨੂੰ ਵੀ ਸਮਝ ਨਹੀਂ ਆ ਰਹੀ ਕਿ ਮੈਨੂੰ ਕੀ ਕਹੇ। ਮੈਨੂੰ ਦੇਖ ਕੇ ਉਹ ਬਹੁਤ ਡਰ ਗਈ, ਪਰ ਉਹ ਯਕੀਨੀ ਤੌਰ ਤੇ ਸਮਝ ਗਈ ਸੀ ਕਿ ਮੈਂ ਉਸ ਦੀ ਅਸਲੀਅਤ ਨੂੰ ਜਾਣ ਲਿਆ ਸੀ। ਹੁਣ ਮੈਨੂੰ ਸਭ ਕੁਝ ਪਤਾ ਸੀ। ਮਾਂ ਜੀ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਮੇਰੇ ਸਾਹਮਣੇ ਆ ਕੇ ਖੜੀ ਹੋ ਗਈ। ਮੈਨੂੰ ਮਾਂ ਜੀ ਤੇ ਬਹੁਤ ਗੁੱਸਾ ਸੀ। ਉਹ ਕਿਹੋ ਜਿਹੀ ਖੇਡ ਖੇਡ ਰਹੀ ਸੀ। ਮੈਂ ਉਸ ਨੂੰ ਇਹ ਸਵਾਲ ਪੁੱਛਿਆ ਕਿ ਇਹ ਕੁੜੀ ਕੌਣ ਹੈ ਤੇ ਤੂੰ ਇਸ ਨੂੰ ਇੱਥੇ ਕਿਉਂ ਲੁਕੋ ਕੇ ਰੱਖਿਆ ਹੋਇਆ ਹੈ। ਮਾਂ ਜੀ ਚੁੱਪ ਖੜੀ ਸੀ। ਮੈਂ ਉਸ ਨੂੰ ਫਿਰ ਪੁੱਛਿਆ, ਮਾਂ ਜੀ ਦੱਸੋ, ਚੁੱਪ ਕਿਉਂ ਖੜੀ ਹੋ? ਇਹ ਕੁੜੀ ਕੌਣ ਹੈ ਅਤੇ ਤੁਸੀਂ ਇੱਥੇ ਕੀ ਕਰ ਰਹੇ ਹੋ? ਹੁਣ ਤੁਸੀਂ ਮੈਨੂੰ ਸਭ ਕੁਝ ਦੱਸ ਦਿਓ, ਨਹੀਂ ਤਾਂ ਮੈਂ ਤੁਹਾਡੀ ਸਾਰੀ ਸੱਚਾਈ ਪਿਤਾ ਜੀ ਨੂੰ ਫੋਨ ਕਰਕੇ ਦੱਸਾਂਗੀ ਅਤੇ ਉਹਨਾਂ ਨੂੰ ਹੁਣੇ ਇੱਥੇ ਬੁਲਾਵਾਂਗੀ। ਮੇਰੀ ਗੱਲ ਸੁਣ ਕੇ ਮਾਂ ਰੋਣ ਲੱਗ ਪਈ। ਆਖਿਰਕਾਰ ਮੇਰੀਆਂ ਧਮਕੀਆਂ ਨੇ ਕੰਮ ਕੀਤਾ ਅਤੇ ਮਾਂ ਜੀ ਨੇ ਮੈਨੂੰ ਸਾਰੀ ਕਹਾਣੀ ਦੱਸ ਦਿੱਤੀ। ਉਸ ਨੇ ਕਿਹਾ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਅਸੀਂ ਬਹੁਤ ਗਰੀਬ ਸੀ ਅਤੇ ਤੁਹਾਡਾ ਸਹੁਰਾ ਬਹੁਤ ਗਰਮ ਸੁਭਾਅ ਵਾਲਾ ਸੀ। ਮਨੀਸ਼ ਦੇ ਪਿਤਾ ਜੀ ਦਾ ਵਿਹਾਰ ਤੁਸੀਂ ਜਾਣਦੇ ਹੋ। ਉਹ ਹਮੇਸ਼ਾ ਆਪਣੀ ਮਰਜ਼ੀ ਦਾ ਮਾਲਕ ਰਿਹਾ ਹੈ। ਉਹ ਮੈਨੂੰ ਬਹੁਤ ਤੰਗ ਕਰਦਾ ਸੀ। ਉਸਨੇ ਮੈਨੂੰ ਵਿਆਹ ਤੋਂ ਬਾਅਦ ਕਦੇ ਖੁਸ਼ੀ ਨਹੀਂ ਦਿੱਤੀ। ਵਿਆਹ ਦੇ ਦੂਜੇ ਮਹੀਨੇ ਹੀ ਉਸਨੇ ਅਤੇ ਉਸਦੇ ਪਰਿਵਾਰ ਦੇ ਬੱਚੇ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਕੁੜੀ ਦੇ ਨਾਮ ਨਾਲ ਨਫ਼ਰਤ ਸੀ। ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਸਾਨੂੰ ਸਿਰਫ ਇੱਕ ਲੜਕਾ ਚਾਹੀਦਾ ਹੈ ਜੋ ਇਸ ਘਰ ਦਾ ਵਾਰਿਸ ਬਣ ਸਕੇ। ਮਨੀਸ਼ ਦੇ ਪਿਤਾ ਮੈਨੂੰ ਬਾਂਝ ਹੋਣ ਬਾਰੇ ਦਿਨ ਰਾਤ ਤਾਨੇ ਮਾਰਦੇ ਰਹਿੰਦੇ ਸਨ। ਮੈਨੂੰ ਬਹੁਤ ਚਿੰਤਾ ਹੋਣ ਲੱਗੀ। ਇਹਨਾਂ ਸਾਰੀਆਂ ਗੱਲਾਂ ਕਾਰਨ ਮੈਂ ਬਹੁਤ ਸਾਰੇ ਡਾਕਟਰਾਂ ਦੀ ਸਲਾਹ ਲਈ, ਪਰ ਮੈਨੂੰ ਕੋਈ ਸਫਲਤਾ ਨਹੀਂ ਮਿਲੀ। ਫਿਰ ਮੇਰੀ ਸੱਸ ਮੈਨੂੰ ਪੰਡਤ ਕੋਲ ਲੈ ਗਈ। ਉਸਨੇ ਮੈਨੂੰ ਲਗਾਤਾਰ 15 ਦਿਨ ਉਸ ਮੰਦਿਰ ਵਿੱਚ ਆਉਣ ਲਈ ਕਿਹਾ ਅਤੇ ਕਿਹਾ ਕਿ ਉਹ ਇੱਥੇ ਆ ਕੇ ਗਰੀਬਾਂ ਨੂੰ ਭੋਜਨ ਦਾਨ ਕਰੇ। ਮੈਂ ਹਰ ਰੋਜ਼ ਉੱਥੇ ਜਾਂਦੀ ਸੀ। ਇੱਕ ਦਿਨ ਮੈਂ ਉੱਥੋਂ ਵਾਪਸ ਆ ਰਹੀ ਸੀ ਕਿ ਮੈਨੂੰ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦੇਣ ਲੱਗੀ। ਮੈਂ ਆਲੇ ਦੁਆਲੇ ਦੇਖਿਆ ਕਿ ਆਵਾਜ਼ ਕਿੱਥੋਂ ਆ ਰਹੀ ਹੈ। ਜਿਵੇਂ ਹੀ ਮੇਰੀ ਨਜ਼ਰ ਸੜਕ ਦੇ ਕਿਨਾਰੇ ਪਈ, ਇਸ ਕੁੜੀ ਤੇ ਪਈ, ਮੈਂ ਉਸ ਨੂੰ ਆਪਣੀ ਗੋਦ ਵਿੱਚ ਚੁੱਕ ਲਿਆ। ਇਹ ਕੁੜੀ ਚਿੱਟੇ ਕੱਪੜੇ ਵਿੱਚ ਲਪੇਟੀ ਹੋਈ ਸੀ। ਇਹ ਦੇਖ ਕੇ ਮੇਰਾ ਦਿਲ ਕੰਬ ਗਿਆ। ਆਖਰ ਇੰਨਾ ਮੰਦਭਾਗਾ ਕੌਣ ਸੀ ਜੋ ਇਸ ਬੱਚੇ ਨੂੰ ਇਸ ਤਰ੍ਹਾਂ ਇੱਥੇ ਛੱਡ ਗਿਆ। ਮੈਂ ਇਸ ਕੁੜੀ ਨੂੰ ਲੈ ਕੇ ਘਰ ਆ ਗਈ। ਸ਼ਾਇਦ ਇਹ ਕੁੜੀ ਮੇਰੇ ਲਈ ਰੱਬ ਦਾ ਤੋਹਫਾ ਸੀ। ਮੈਂ ਇਸ ਨੂੰ ਸਾਰਿਆਂ ਤੋਂ ਲੁਕੋ ਕੇ ਰੱਖਿਆ। ਇਹ ਕੁੜੀ ਚਮਤਕਾਰ ਕਰਦੀ ਸੀ। ਮੇਰੀ ਜੋ ਵੀ ਚੀਜ਼ ਛੂੰਹਦੀ ਹੈ ਉਸ ਵਿੱਚ ਵਾਧਾ ਹੁੰਦਾ ਹੈ। ਇਹ ਮੇਰੀ ਅਜਮਾਈ ਹੋਈ ਅਤੇ ਸੱਚੀ ਗੱਲ ਹੈ। ਜਦੋਂ ਵੀ ਇਹ ਕੁੜੀ ਮੇਰੇ ਗਿੱਲੇ ਕੱਪੜਿਆਂ ਨੂੰ ਛੂੰਹਦੀ ਹੈ ਤਾਂ ਮੇਰੇ ਘਰ ਦੀ ਦੌਲਤ ਵੱਧਦੀ ਹੈ। ਇਸ ਲੜਕੀ ਦਾ ਦਿਮਾਗੀ ਸੰਤੁਲਨ ਖਰਾਬ ਹੈ। ਮੈਂ ਇਸ ਨੂੰ ਲੁਕੋ ਕੇ ਰੱਖਦੀ ਸੀ। ਜੇ ਮੈਂ ਕਦੇ ਮਨੀਸ਼ ਦੇ ਪਿਤਾ ਦੇ ਸਾਹਮਣੇ ਧੀ ਹੋਣ ਦਾ ਜ਼ਿਕਰ ਕਰਦੀ ਤਾਂ ਉਹ ਗੁੱਸੇ ਨਾਲ ਕਹਿੰਦੇ ਕਿ ਧੀਆਂ ਸਿਰਫ ਨੱਕ ਕਟਵਾਉਣ ਲਈ ਹੁੰਦੀਆਂ ਹਨ। ਮੈਨੂੰ ਧੀ ਨਹੀਂ ਚਾਹੀਦੀ। ਜੇ ਤੁਹਾਡੇ ਕੋਲ ਕੋਈ ਕੁੜੀ ਹੁੰਦੀ ਹੈ ਤਾਂ ਮੈਂ ਉਸ ਨੂੰ ਆਪਣੇ ਹੱਥਾਂ ਨਾਲ ਮਾਰ ਦਿਆਂਗਾ। ਮੈਨੂੰ ਸਿਰਫ ਇੱਕ ਮੁੰਡਾ ਹੀ ਚਾਹੀਦਾ ਹੈ ਜੋ ਮੇਰੇ ਵਰਗਾ ਹੋਵੇ, ਇੱਕ ਮਰਦ ਅਤੇ ਤਾਕਤਵਰ ਹੋਵੇ। ਮੈਨੂੰ ਉਸ ਦੀ ਸੋਚ ਤੇ ਬਹੁਤ ਤਰਸ ਆਉਂਦਾ, ਪਰ ਮੈਂ ਲਾਚਾਰ ਸੀ ਤੇ ਕੀ ਕਰ ਸਕਦੀ ਸੀ।
ਪਰ ਜਿਵੇਂ ਜਿਵੇਂ ਹੀ ਬੱਚੀ ਵੱਡੀ ਹੁੰਦੀ ਗਈ ਮੇਰੇ ਦਿਨ ਬਦਲਣ ਲੱਗੇ, ਕਾਰੋਬਾਰ ਵਧਣ ਲੱਗਾ। ਮੈਂ ਕਿਤੇ ਸੁਣਿਆ ਸੀ ਕਿ ਅਜਿਹਾ ਬੱਚਿਆਂ ਦੀ ਹਰ ਅਰਦਾਸ ਸੁਣੀ ਜਾਂਦੀ ਹੈ। ਮੈਂ ਇਸ ਬੱਚੀ ਨੂੰ ਆਪਣੇ ਬੱਚੇ ਲਈ ਪ੍ਰਾਰਥਨਾ ਵੀ ਕਰਵਾਈ ਸੀ, ਪਰ ਮੇਰੇ ਦਿਲ ਵਿੱਚ ਇੱਕ ਅਜੀਬ ਡਰ ਸੀ ਕਿ ਕਿਤੇ ਇਹ ਲੜਕੀ ਕਿਸੇ ਦੇ ਸਾਹਮਣੇ ਨਾ ਆ ਜਾਵੇ। ਇਸ ਲਈ ਮੈਂ ਇਸ ਨੂੰ ਸਭ ਤੋਂ ਛੁਪਾ ਕੇ ਰੱਖਿਆ। ਜੋ ਕਮੀਜ਼ ਮੈਂ ਤੈਨੂੰ ਦਿੱਤੀ ਸੀ ਉਹ ਵੀ ਮੈਨੂੰ ਮਨੀਸ਼ ਦੇ ਜਨਮ ਸਮੇਂ ਇਸ ਕੁੜੀ ਨੇ ਦਿੱਤੀ ਸੀ। ਉਦੋਂ ਹੀ ਮਨੀਸ਼ ਹੋਇਆ ਸੀ। ਇਹ ਕੁੜੀ ਤੁਹਾਡੇ ਪਤੀ ਨਾਲੋਂ ਵੱਡੀ ਹੈ। ਇਹ ਆਪਣੀ ਸਿਹਤ ਅਤੇ ਦਿਮਾਗ ਕਾਰਨ ਬਹੁਤ ਛੋਟੀ ਲੱਗਦੀ ਹੈ। ਇਹ ਬੱਚੀ 6 ਸਾਲ ਦੀ ਸੀ ਜਦੋਂ ਮਨੀਸ਼ ਦਾ ਜਨਮ ਹੋਇਆ। ਉਦੋਂ ਤੋਂ ਇਹ ਚਮਤਕਾਰ ਉਸ ਦੇ ਹੱਥਾਂ ਵਿੱਚ ਹੈ। ਮੇਰੇ ਵਿਆਹ ਤੋਂ 8 ਸਾਲ ਬਾਅਦ ਤੇਰੇ ਪਤੀ ਦਾ ਜਨਮ ਹੋਇਆ, ਜਿਸ ਕਰਕੇ ਸਾਰੇ ਮੈਨੂੰ ਬਾਂਝ ਸਮਝਦੇ ਸਨ। ਪਰ ਉਸ ਤੋਂ ਬਾਅਦ ਵੀ ਮੇਰੇ ਕੋਈ ਬੱਚਾ ਨਹੀਂ ਹੋਇਆ। ਮੈਂ ਇਸ ਬੱਚੀ ਨੂੰ ਆਪਣੇ ਬੱਚੇ ਵਾਂਗ ਪਾਲਿਆ ਹੈ ਅਤੇ ਸਭ ਤੋਂ ਛੁਪਾ ਕੇ ਪਾਲਿਆ ਹੈ। ਇਹ ਲੜਕੀ ਬੋਲ ਨਹੀਂ ਸਕਦੀ, ਪਰ ਸਿਰਫ ਸੁਣ ਸਕਦੀ ਹੈ ਅਤੇ ਉਸ ਦਾ ਦਿਮਾਗ ਅਜੇ ਵੀ ਇੱਕ ਬੱਚੇ ਵਰਗਾ ਹੈ। ਮੈਂ ਇਹ ਸਾਰੀਆਂ ਗੱਲਾਂ ਤੁਹਾਡੇ ਤੋਂ ਲੁਕੋਈਆਂ ਤਾਂ ਜੋ ਤੁਸੀਂ ਕਿਸੇ ਨੂੰ ਦੱਸ ਨਾ ਦਿਓ। ਜੇਕਰ ਕਿਸੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਤੁਹਾਡੇ ਸਹੁਰੇ ਨੂੰ ਬਹੁਤ ਗੁੱਸਾ ਆਵੇਗਾ। ਇਹੀ ਕਾਰਨ ਸੀ ਅਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਨਾਲ ਜੋ ਹੋਇਆ ਤੁਹਾਡੇ ਨਾਲ ਵੀ ਹੋਵੇ। ਇਸੇ ਲਈ ਮੈਂ ਤੁਹਾਨੂੰ ਉਹ ਕਮੀਜ਼ ਦੇ ਰਹੀ ਸੀ। ਮਾਂ ਜੀ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਪਿਤਾ ਜੀ ਦੇ ਵਿਚਾਰ ਵਿੱਚ ਕਿ ਅਸੀਂ ਕੁੜੀਆਂ ਇੰਨੀਆਂ ਮਾੜੀਆਂ ਹਾਂ ਕਿ ਲੋਕ ਸਾਡੇ ਜਨਮ ਤੋਂ ਡਰਦੇ ਹਨ। ਲੜਕੇ ਨੂੰ ਜਨਮ ਦੇਣਾ ਔਰਤ ਦੇ ਜੀਵਨ ਦਾ ਉਦੇਸ਼ ਬਣਾ ਦਿੱਤਾ ਜਾਂਦਾ ਹੈ। ਉਸ ਔਰਤ ਨੂੰ ਸਾਰੀ ਉਮਰ ਤਾਨੇ ਮਾਰੇ ਜਾਂਦੇ ਹਨ ਜੋ ਲੜਕੇ ਨੂੰ ਜਨਮ ਨਾ ਦੇ ਸਕੇ। ਤਾਂ ਮੈਂ ਆਪਣੀ ਸੱਸ ਤੋਂ ਮਾਫੀ ਮੰਗਣ ਲੱਗ ਪਈ ਕਿ ਮੈਂ ਉਸ ਨੂੰ ਕਿੰਨਾ ਗਲਤ ਸਮਝਿਆ ਸੀ। ਜਦੋਂ ਅਸੀਂ ਗੱਲਾਂ ਕਰ ਰਹੇ ਸੀ ਤਾਂ ਅਚਾਨਕ ਮੇਰੇ ਫੋਨ ਦੀ ਘੰਟੀ ਵੱਜੀ ਅਤੇ ਮੈਂ ਸੁਣਿਆ ਕਿ ਮੇਰੇ ਪਤੀ ਮਨੀਸ਼ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਇਸ ਹਾਦਸੇ ਵਿੱਚ ਉਸ ਦੀਆਂ ਦੋਵੇਂ ਲੱਤਾਂ ਜ਼ਖਮੀ ਹੋ ਗਈਆਂ ਹਨ। ਇਹ ਸਭ ਸੁਣ ਕੇ ਮੇਰੇ ਉੱਤੇ ਅਸਮਾਨ ਟੁੱਟ ਪਿਆ। ਇਹ ਸਭ ਸੁਣ ਕੇ ਮਾਂ ਜੀ ਵੀ ਬੇਹੋਸ਼ ਹੋ ਗਈ। ਮੇਰੀ ਹਾਲਤ ਵੀ ਬਹੁਤ ਖਰਾਬ ਹੋ ਗਈ ਸੀ। ਮੇਰਾ ਸਹੁਰਾ ਬਹੁਤ ਦੁਖੀ ਸੀ। ਉਸ ਦਾ ਸਾਰਾ ਹੰਕਾਰ ਅਤੇ ਉਸ ਦੇ ਪੁੱਤਰ ਦਾ ਹੰਕਾਰ ਅੱਜ ਨਸ਼ਟ ਹੋ ਗਿਆ ਸੀ। ਉਸ ਨੂੰ ਆਪਣੇ ਹੰਕਾਰ ਦੀ ਸਜ਼ਾ ਮਿਲੀ ਸੀ। ਮੈਂ ਤਾਂ ਸਬਰ ਦਾ ਘੁੱਟ ਭਰ ਲਿਆ ਸੀ, ਕਿਉਂਕਿ ਰੱਬ ਜੋ ਵੀ ਕਰਦਾ ਹੈ ਉਹ ਭਲੇ ਲਈ ਹੀ ਕਰਦਾ ਹੈ। ਮੈਂ ਹਰ ਹਾਲਤ ਵਿੱਚ ਖੁਸ਼ ਸੀ, ਪਰ ਮੈਂ ਆਪਣੇ ਪਤੀ ਨੂੰ ਇਸ ਹਾਲਤ ਵਿੱਚ ਨਹੀਂ ਦੇਖ ਸਕਦੀ ਸੀ। ਇਸ ਨਾਲ ਮਾਂ ਜੀ ਨੂੰ ਬਹੁਤ ਸਦਮਾ ਲੱਗਾ ਤੇ ਉਹ ਬਹੁਤ ਬਿਮਾਰ ਰਹਿਣ ਲੱਗੀ ਅਤੇ ਮੈਂ ਉਸ ਕੁੜੀ ਨੂੰ ਕਮਰੇ ਤੋਂ ਬਾਹਰ ਕੱਢ ਲਿਆ ਅਤੇ ਆਪਣੇ ਕੋਲ ਰੱਖ ਲਿਆ। ਮੇਰਾ ਉਸ ਕੁੜੀ ਨਾਲ ਖਾਸ ਪਿਆਰ ਹੋ ਗਿਆ ਸੀ। ਮੈਂ ਉਸ ਦਾ ਬਹੁਤ ਖਿਆਲ ਰੱਖਦੀ ਸੀ। ਆਪਣੇ ਘਰ ਨੂੰ ਬਿਖਰਦਾ ਦੇਖ ਕੇ ਮੈਂ ਸੋਚਦੀ ਸੀ ਕਿ ਜਦੋਂ ਲੋਕ ਮਰਦੇ ਹਨ ਤਾਂ ਹੰਕਾਰ ਕਿੱਥੇ ਜਾਂਦਾ ਹੈ। ਧੀਆਂ ਪ੍ਰਤੀ ਨਫ਼ਰਤ ਦਾ ਪ੍ਰਚਾਰ ਕਰਨ ਵਾਲੇ ਸਾਰੀ ਉਮਰ ਪੁੱਤਰਾਂ ਦੇ ਰੋਹਬ ਦਾ ਸ਼ਿਕਾਰ ਹੁੰਦੇ ਹਨ। ਆਪਣੀਆਂ ਧੀਆਂ ਲਈ ਅਜਿਹੇ ਸ਼ਬਦ ਦੀ ਵਰਤੋਂ ਨਾ ਕਰੋ ਜੋ ਬਾਅਦ ਵਿੱਚ ਤੁਹਾਡੇ ਲਈ ਉਮਰ ਭਰ ਦੀ ਸਜ਼ਾ ਬਣ ਜਾਣ। ਧੀਆਂ ਨੂੰ ਮਾੜਾ ਸਮਝਣ ਵਾਲੇ ਇਹ ਨਹੀਂ ਦੇਖਦੇ ਕਿ ਇਹ ਧੀ ਹੀ ਹੈ ਜਿਸ ਨੇ ਤੁਹਾਨੂੰ ਇਸ ਦੁਨੀਆ ਵਿੱਚ ਲਿਆਂਦਾ ਅਤੇ ਮਾਂ ਬਣ ਕੇ ਪਾਲਿਆ। ਤੁਹਾਡੀ ਧੀ ਬਣ ਕੇ ਉਹ ਤੁਹਾਡਾ ਸਹਾਰਾ ਬਣ ਗਈ ਅਤੇ ਤੁਹਾਡੀ ਨੂੰਹ ਬਣ ਕੇ ਉਸ ਨੇ ਤੁਹਾਡੇ ਪਰਿਵਾਰ ਨੂੰ ਅੱਗੇ ਵਧਾਇਆ। ਸਾਡੇ ਦੇਸ਼ ਦੀਆਂ ਧੀਆਂ ਪੁੱਤਰਾਂ ਤੋਂ ਘੱਟ ਨਹੀਂ ਹਨ ਜਿਨ੍ਹਾਂ ਨੂੰ ਆਪਣੇ ਪੁੱਤਰਾਂ ਤੇ ਮਾਣ ਹੈ ਅਤੇ ਜਦੋਂ ਉਹ ਆਪਣੀਆਂ ਧੀਆਂ ਨੂੰ ਮਾਰਨ ਬਾਰੇ ਸੋਚਦੇ ਹਨ ਤਾਂ ਉਹਨਾਂ ਦਾ ਹੰਕਾਰ ਤਬਾਹ ਹੋ ਜਾਂਦਾ ਹੈ, ਕਿਉਂਕਿ ਹੰਕਾਰ ਇੱਕ ਅਜਿਹਾ ਸੱਪ ਹੈ ਜੋ ਪਹਿਲਾਂ ਕਰਨ ਵਾਲੇ ਨੂੰ ਹੀ ਡੰਗਦਾ ਹੈ। ਆਪ ਜੀ ਨੂੰ ਵੀ ਬੇਨਤੀ ਹੈ ਕਿ ਧੀਆਂ ਨੂੰ ਪੁੱਤਰਾਂ ਨਾਲੋਂ ਕਦੇ ਨੀਵਾਂ ਨਾ ਸਮਝੋ। ਧੀਆਂ ਬਹੁਤ ਕੀਮਤੀ ਹੁੰਦੀਆਂ ਹਨ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਕਿਰਪਾ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ। ਧੰਨਵਾਦ।